कब कल सुजस गाओ गुरु नानक राज जोग जिन माने। जो बुलाव है क्यों बोला स्वामी कुदरत कम हमारी। साधु संग नानक जस गायो जो प्रभ की अत पे आनी। देश मार अथाह अगंत अतुल जो बुलाव हो देव नानक दास बोले। श्रीपद श्री वाहिगुरु सो प्रभ चित आनंद स्वरूपम अगम अगोचर अलख अपारा। छित सिंध समेरन ज्ञान रचे रव सस नक्षत्र कीन पसारा। पांच ततन से बड़ खेल कियो जड़ चेतन लख 84 सारा। श्रीपद श्री वाहिगुरु को मम बंधन है कर जोर हमारा। सो कहो टाल गुर सेविया अनस सहज सुभाए। दर्शन परस है गुरु के जन्म मरण दुख जाए। होवे सिवत कसम दीन अरसों कुरसों चटिया। तुद डिठे सच्चे पातशाह मारु जन्म जन्म दी कटिया। सजन सचा पातशाह सिर साहाद सा। जिस पास बैठिया सोई है सबना गावे। जिस पास बैठिया सोई है सबना गावे सा। सतनाम श्री वाहिगुरु साहिब जीओ। मलार महला पहला। छात्र कमीन जन हिते सुख पावै। सारंग शब्द सुहाई। रैन बबीहा बोलियो मेरी माई रहा। प्यास्यों प्रीत न उल्टे कबहूं जो तह पावै साई। प्यास्यों प्रीत न उल्टे कबहूं जो तह पावै साई। वाहिगुरु जी का खालसा वाहिगुरु जी की फतेह। परम सम्मान जो दसों ही पातशाह जी के आत्मक स्वरूप गुरता गति दे तखत ते सुभायमान जबर छत्र तखत दे मालक। दो जहान दे वाली निर्गुण तो सरगुण स्वरूप धारण करके अकाल पुरख वाहिगुरु परमेश्वर ने 10 जामे धारण कीते। दसों ही जामिया तो बाद जोत ओहा जुगत साए सैकाया फिर फुलकी है। ओही जोत अते ओही जुगत सुभायमान है। धन धन सतगुरु साहिब श्री गुरु ग्रंथ साहिब महाराज सच्चे पातशाह महाराज जी के रूप के अंदर बाणी गुरु गुरु है बाणी बिच बाणी अमृत सारे। गुरबाणी कहे सेवक जन मानै प्रतख गुरु निस्तारे। आद निरंजन है गुरु नानक धार के मूर्त है जग आयो। आप नारायण कला धार जग में परवरियो। जोत रूप हर आप गुरु नानक कहायो। सतगुरु साहिब जी के पावन चरना कमलों में बैठ करके परमार्थी विचारों की और आत्मक मंडल के मार्ग की खोज वास्ते आप सर्वत जग्यासु जन माई भाई जितने भी शरीर सतगुरु जी की हजूरी में हाजिर हो।
ਦਸ਼ਮੇਸ਼ ਪਿਤਾ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ। ਪਾਤਸ਼ਾਹ ਦਾ ਵਚਨ ਹੈ, ਬਹੁਤ ਸਰਲ ਸ਼ਬਦਾਂ ਅੰਦਰ, ਔਰ ਉਹ ਵਚਨ ਜਿਹਨੂੰ ਹਰ ਇੱਕ ਅੰਮ੍ਰਿਤਧਾਰੀ ਗੁਰਸਿੱਖ ਨਿਤਾ ਪ੍ਰਤੀ ਪੜ੍ਹਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਸਤ ਸੰਗਤ ਦੀ ਇਤਨੀ ਵੱਡੀ ਮਹਿਮਾ ਔਰ ਮਹਾਨਤਾ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਬਖਾਣੀਐ। ਜਿੱਥੇ ਉਸ ਸਤ ਦੀ ਵਿਚਾਰ ਹੈ, ਨਿਰੋਲ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਹੈ। ਕਿਉਂਕਿ ਸਾਧ ਸੰਗਤ ਜਨਮ ਅਤੇ ਮਰਨ ਇੱਕ ਐਸੀ ਖੇਡ ਹੈ ਕਿ ਜਿਹਨੂੰ ਪਰਮੇਸ਼ਰੀ ਗਿਆਨ ਤੋਂ ਬਿਨਾਂ ਨਾ ਤਾਂ ਇਹ ਡਰ ਚੱਕਿਆ ਜਾਂਦਾ ਹੈ, ਔਰ ਨਾ ਹੀ ਇਸ ਪ੍ਰਵਿਰਤੀ ਤੋਂ ਜੀਵ ਦਾ ਖਹਿੜਾ ਛੁੱਟਦਾ ਹੈ। ਔਰ ਪਰਮਾਰਥੀ ਮਾਰਗ ਦੇ ਅੰਦਰ ਕਿਸੇ ਨੂੰ ਪ੍ਰਾਪਤੀ ਜਨਮ ਦੇ ਵਿੱਚੋਂ ਹੋਈ ਹੈ, ਕਿਸੇ ਨੂੰ ਪ੍ਰਾਪਤੀ ਸਾਧ ਸੰਗਤ ਦੀ ਮੌਤ ਵਿੱਚੋਂ ਹੋਈ ਹੈ। ਦੋਵੇਂ ਪੱਖ ਐਸੇ ਮਹਾਨ ਹਨ। ਇੱਕ ਪਾਸੇ ਕਾਲੀ ਬੋਲੀ ਰਾਤ ਹੈ, ਔਰ ਇੱਕ ਪਾਸੇ ਚਿੱਟਾ ਦਿਨ ਹੈ। ਜੇ ਇਸ ਗੱਲ ਦੀ ਬਹਿਸ ਛਿੜ ਜਾਵੇ, ਕੋਈ ਮਨੁੱਖ ਇਹ ਦਾਅਵਾ ਕਰੇ ਕਿ ਦੋ ਕਾਲੀਆਂ ਰਾਤਾਂ ਦੇ ਵਿਚਾਲੇ ਇੱਕ ਚਿੱਟਾ ਦਿਨ ਹੈ, ਬਿਲਕੁਲ ਠੀਕ ਹੈ। ਇੱਕ ਰਾਤ ਬੀਤ ਚੁੱਕੀ ਹੈ, ਇੱਕ ਆਉਣ ਵਾਲੀ ਹੈ, ਦਿਨ ਵਿਚਕਾਰ ਹੈ। ਪਰ ਵੇਖੋ ਪਰਮੇਸ਼ਰ ਦੀ ਖੇਡ, ਕੋਈ ਇਹ ਵੀ ਦਾਅਵਾ ਕਰ ਸਕਦਾ ਹੈ ਕਿ ਦੋ ਕਾਲੀਆਂ ਰਾਤਾਂ ਦੇ ਵਿਚਕਾਰ ਇੱਕ ਦਿਨ ਹੈ, ਔਰ ਦੋ ਚਿੱਟੇ ਦਿਨਾਂ ਦੇ ਵਿਚਕਾਰ ਇੱਕ ਕਾਲੀ ਰਾਤ ਹੈ। ਆ ਦਿਨ ਰਾਤ ਆਏਗੀ ਔਰ ਕੱਲ ਨੂੰ ਫਿਰ ਚਿੱਟਾ ਦਿਨ ਹੈ। ਇਸੇ ਤਰ੍ਹਾਂ ਜਨਮ ਅਤੇ ਮਰਨ ਦੀ ਖੇਡ ਹੈ। ਜਿੰਨੀ ਦੇਰ ਸੰਸਾਰ ਵਿੱਚ ਜੀਵਤ ਹਾਂ, ਇਹ ਸਾਡਾ ਜਨਮ ਹੈ। ਜਦੋਂ ਸੰਸਾਰ ਤੋਂ ਤੁਰ ਗਏ, ਉਹ ਮਰਨ ਹੈ। ਪਰਮੇਸ਼ਰ ਦਾ ਚਿੰਤਨ ਜਨਮ ਦੇ ਵਿੱਚ ਹੋਏਗਾ, ਪਰ ਮਰਨ ਨੂੰ ਯਾਦ ਕਰਕੇ ਹੋਏਗਾ। ਜਿੰਨੀ ਦੇਰ ਤੱਕ ਮੌਤ ਯਾਦ ਨਹੀਂ ਹੈ, ਵਾਹਿਗੁਰੂ ਦਾ ਚਿੰਤਨ ਨਹੀਂ ਹੋ ਸਕਦਾ। ਜਿਤਨੇ ਵੀ ਭਗਤ ਜਨ ਪਿਆਰੇ ਸੰਸਾਰ ਤੇ ਪ੍ਰਗਟ ਹੋਏ, ਸਾਰਿਆਂ ਦੇ ਜੀਵਨ ਦਾ ਮੁਲਾਂਕਣ ਔਰ ਸੰਪੂਰਨ ਗੁਰਬਾਣੀ ਦਾ ਜੋ ਸਿਧਾਂਤ ਹੈ, ਮੂਲ ਰੂਪ ਦੇ ਵਿੱਚ ਸਾਧ ਸੰਗਤ ਮੌਤ ਦੇ ਪੱਖ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸਰਲ ਸ਼ਬਦਾਂ ਵਿੱਚ, ਸਹਿਜ ਸ਼ਬਦਾਂ ਵਿੱਚ ਔਰ ਨੇੜੇ ਤੋਂ ਨੇੜੇ ਲਿਜਾ ਕੇ ਸਤਿਗੁਰੂ ਜੀ ਨੇ ਪ੍ਰਗਟ ਕੀਤਾ ਹੈ। ਸੋ ਆਓ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਲਾਰ ਰਾਗ ਦੇ ਅੰਦਰ ਜੋ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਲੜੀਵਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਸੋ ਅੱਜ ਦੇ ਸ਼ਬਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੇ ਚਿੰਤਨ ਦਾ ਜੋ ਤਰੀਕਾ ਹੈ, ਪ੍ਰਕਿਰਤੀ ਦੇ ਕੁਝ ਜੀਵਾਂ ਦਾ ਜੈਸਾ ਨਿਯਮ ਹੈ, ਜਿਹੋ ਜੇ ਉਹਨਾਂ ਦਾ ਕਰਮ ਹੈ, ਉਹ ਤਰੀਕਾ ਸਤਿਗੁਰੂ ਜੀ ਸਾਨੂੰ ਦੇ ਕੇ ਇਸ ਮਨੁੱਖਾ ਜਨਮ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣ ਦੀ ਜਿਹੜੀ ਸ਼ਕਤੀ ਹੈ, ਬਿਰਤੀ ਹੈ, ਤਰੀਕਾ ਹੈ, ਢੰਗ ਹੈ,
ਇਉਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਜੀ। ਮਲਾਰ ਮਹੱਲਾ ਪਹਿਲਾ। ਮਲਾਰ ਰਾਗ ਦੇ ਅੰਦਰ ਜਗਤ ਦੇ ਸਾਈਂ, ਜਗਤ ਦੇ ਪ੍ਰਤਪਾਲਕ, ਜਗਤ ਦੇ ਮਾਲਕ, ਕਰਮਲ ਹੋਈ ਮੇਦਨੀ ਅਰਦਾਸ ਕਰੈ ਲਿਵ ਲਾਏ, ਸੰਸਾਰ ਤੇ ਪ੍ਰਗਟ ਹੋਣ ਵਾਲੇ ਅਕਾਲ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਜੀ। ਚਾਤਰ ਕਮੀਨ ਜਲ ਹੀ ਤੇ ਸੁਖ ਪਾਵੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਕਿਰਤੀ ਦੇ ਵਿੱਚ ਦੋ ਐਸੇ ਜੀਵ ਹਨ, ਇੱਕ ਬਾਵੀਹਾ ਔਰ ਇੱਕ ਮਛਲੀ। ਇਹਨਾਂ ਨੂੰ ਪਾਈ ਸੁਖ ਜਿਹੜਾ ਹੈ ਉਹ ਜਲ ਕੀਏ ਪਾਣੀ ਤੋਂ ਮਿਲਦਾ ਹੈ, ਕਿਉਂਕਿ ਇਹਨਾਂ ਦਾ ਜੀਵਨ ਹੀ ਪਾਣੀ ਦੇ ਆਧਾਰ ਤੇ ਖੜਿਆ ਹੈ। ਬਾਵੀਹੇ ਦੀ ਜ਼ਿੰਦਗੀ ਦੇ ਅੰਦਰ ਜਿਹੜੀ ਜ਼ਰੂਰਤ ਹੈ ਉਹ ਸਵਾਂਤੀ ਬੂੰਦ ਹੈ। ਸਵਾਂਤੀ ਬੂੰਦ ਸਾਧ ਸੰਗਤ ਜਦੋਂ ਇਸ ਬਵੀਹੇ ਨੂੰ ਮਿਲ ਜਾਂਦੀ ਹੈ, ਇਹ ਜੀਵਨ ਮੁਕਤ ਹੋ ਜਾਂਦਾ ਹੈ। ਸਵਾਂਤੀ ਬੂੰਦ ਇੱਕ ਐਸੀ ਸ਼ਕਤੀ ਹੈ, ਔਰ ਉਹ ਸਵਾਂਤੀ ਬੂੰਦ ਜੇ ਕੇਲੇ ਤੇ ਪੈ ਜਾਵੇ ਕਹਿੰਦੇ ਕਪੂਰ ਬਣ ਜਾਂਦਾ ਹੈ। ਜੇ ਉਹੀ ਸਵਾਂਤੀ ਬੂੰਦ ਗਿੱਦੜ ਤੇ ਪੈ ਜਾਵੇ ਉਹ ਹਲਕ ਜਾਂਦਾ ਹੈ। ਸਵਾਂਤੀ ਬੂੰਦ ਜਿਹੜੀ ਹੈ ਮਿਲਦੀ ਬਾਵੀਹੇ ਨੂੰ ਪਾਣੀ ਦੇ ਵਿੱਚੋਂ ਹੈ। ਚਾਤ੍ਰਿਕ ਚਿਤਵਤ ਬਰਸਤ ਮੇਂ। ਬਾਵੀਹੇ ਦੀ ਕੀ ਚਿਤਵਨੀ ਹੈ? ਇੱਕੋ ਅਰਦਾਸ ਕਰਦਾ ਹੈ ਕਿ ਮੀਂਹ ਪੈ ਜਾਵੇ। ਹਾਲਾਂਕਿ ਪਾਣੀ ਦਾ ਧਰਤੀ ਵਿੱਚ ਕੋਈ ਘਾਟਾ ਨਹੀਂ। 7 ਸਮੁੰਦਰ, ਫਿਰ ਧਰਤੀ ਦੇ ਥੱਲੇ ਕਿਤਨਾ ਪਾਣੀ ਹੈ, ਨਦੀਆਂ, ਨਾਲੇ, ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਬਾਵੀਹੇ ਦੀ ਪਿਆਸ ਨਹੀਂ ਬੁਝਦੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਰਸੋਈ ਦੇ ਵਿੱਚ ਕੁਆਂਟਲਾਂ ਦੀ ਗਿਣਤੀ ਦੇ ਵਿੱਚ ਸਾਧ ਸੰਗਤ ਮਿਣਤੀ ਵਿੱਚ ਅੰਨ ਪਿਆ ਹੋਵੇ, ਬਿਨਾਂ ਪਕਾਏ ਤੋਂ ਉਹ ਭੁੱਖ ਨਹੀਂ ਸਾਧ ਸੰਗਤ ਪੂਰੀ ਹੋ ਸਕਦੀ, ਜਿੰਨਾ ਮਰਜ਼ੀ ਅੰਨ ਪਿਆ ਰਹੇ। ਰਸੋਈ ਭਾਵੇਂ ਪਦਾਰਥਾਂ ਦੀ ਭਰੀ ਹੋਵੇ, ਪਰ ਜਿੰਨੀ ਦੇਰ ਤੱਕ ਅੰਨ ਨਹੀਂ ਪਕਦਾ ਉਹ ਸਾਧ ਸੰਗਤ ਜੀ ਕਿਸੇ ਦੀ ਭੁੱਖ ਨਹੀਂ ਮਿਟਾ ਸਕਦਾ। ਲੱਕੜ ਹੈ, ਲੱਕੜ ਦੇ ਵਿੱਚ ਸਭ ਨੂੰ ਪਤਾ ਹੈ ਆਪਾਂ ਨੂੰ ਅਗਨੀ ਹੁੰਦੀ ਹੈ, ਪਰ ਉਸ ਅਗਨੀ ਨੂੰ ਬਾਹਰ ਕੱਢਣ ਵਾਸਤੇ ਪਹਿਲਾਂ ਬਾਹਰੋਂ ਉਹਨੂੰ ਅੱਗ ਜਿਹੜੀ ਹੈ ਲੱਕੜ ਨੂੰ ਦਿੱਤੀ ਜਾਂਦੀ ਹੈ, ਫਿਰ ਆਪਣੇ ਆਪ ਪਕੜ ਲੈਂਦੀ ਹੈ। ਇਸ ਕਰਕੇ ਲੱਕੜ ਜਿਹੜੀ ਹੈ ਉਹ ਆਪਣੇ ਆਪ ਕਹਿਣ ਤੋਂ ਭਾਵ ਕਿ ਅੱਗ ਨਹੀਂ ਜਗਾ ਸਕਦੀ। ਪਦਾਰਥ ਰਸੋਈ ਦਾ ਆਪਣੇ ਆਪ ਪੱਕ ਨਹੀਂ ਸਕਦਾ, ਉਹਨੂੰ ਪਕਾਉਣਾ ਪੈਂਦਾ ਹੈ ਅੰਨ। ਇਸੇ ਤਰ੍ਹਾਂ ਦੁੱਧ ਹੈ, ਦੁੱਧ ਦੇ ਵਿੱਚੋਂ ਸਾਧ ਸੰਗਤ ਜੀ ਘਿਓ ਨਿਕਲਦਾ ਹੈ, ਤੇ ਘਿਓ ਤੋਂ ਕਿੰਨੀਆਂ ਵਸਤੂਆਂ ਬਣਦੀਆਂ ਹਨ, ਦਵਾਈਆਂ ਵਿੱਚ ਪੈਂਦਾ ਹੈ, ਪਰ ਬਿਨਾਂ ਰਿੜਕੇ ਤੋਂ ਦੁੱਧ ਦੇ ਵਿੱਚੋਂ ਘਿਓ ਨਹੀਂ ਨਿਕਲਦਾ। ਕਹਿਣ ਤੋਂ ਭਾਵ ਹੁਣ ਇੱਥੇ ਸਤਿਗੁਰੂ ਸਾਹਿਬ ਜੀ ਦਾ ਇਹ ਹੈ ਕਿ ਭਾਈ ਬਵੀਹੇ ਦੀ ਤਰ੍ਹਾਂ ਪਰਮੇਸ਼ਰ ਦਾ ਸਿਮਰਨ ਕਰੇ ਤੋਂ ਬਿਨਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਿਵੇਂ ਬਾਵੀਹਾ ਅਤੇ ਮਛਲੀ ਪਾਣੀ ਤੋਂ ਹੀ ਸੁੱਖ ਪਾਉਂਦੇ ਨੇ, ਇਸੇ ਤਰ੍ਹਾਂ ਭਾਈ ਜਿਹੜੀ ਜੀਵਾਤਮਾ ਹੈ ਇਹ ਨਾਮ ਤੋਂ ਹੀ ਸੁੱਖ ਪਾਉਂਦੀ ਹੈ। ਔਰ ਮਛਲੀ ਦਾ ਜੀਵਨ ਵੇਖੋ, ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵਿਹੋਣਾ ਚਾਤਰ ਕੋ ਕਿਉਂ ਕਰਤ ਬਤਾਵੇ। ਤੇ ਆਨ ਉਪਾਵ ਨਾ, ਸਤਿਗੁਰੂ ਕਹਿੰਦੇ ਨੇ ਕੋਈ ਵੀ ਸੰਸਾਰ ਵਿੱਚ ਯਤਨ ਨਹੀਂ ਹੈ ਕਿ ਪਾਣੀ ਤੋਂ ਬਿਨਾਂ ਮਛਲੀ ਜੀਵਤ ਰਹਿ ਸਕਦੀ ਹੋਵੇ। ਹੁਣ ਪੁੱਛੋ ਇਹਨਾਂ ਦੇ ਜੀਵਨ ਨੂੰ। ਬਾਵੀਹਾ ਬੇਨਤੀ ਕਰੈ ਕਰ ਕਿਰਪਾ ਦੇਹੁ ਜੀ ਦਾਨ, ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ। ਇੱਕ ਹੋਰ ਅਰਦਾਸ ਕਰਦਾ, ਹੇ ਵਾਹਿਗੁਰੂ ਮੀਂਹ ਪਾ ਦਿਓ, ਜੇ ਮੀਂਹ ਨਾ ਪਿਆ ਤਾਂ ਮੇਰੇ ਪ੍ਰਾਣ ਛੁੱਟ ਜਾਣਗੇ। ਪੁੱਛਿਆ ਕਿ ਬਾਵੀਹੇ ਮੀਂਹ ਦੇ ਵਿੱਚ ਪਾਣੀ ਹੀ ਹੈ,
ਉਹ ਪਾਣੀ ਧਰਤੀ ਤੇ ਵੀ ਹੈ। ਤੇ ਜੇ ਇੰਨਾ ਹੀ ਖਤਰਾ ਹੈ ਪ੍ਰਾਣ ਛੁੱਟ ਜਾਣਗੇ, ਫਿਰ ਆਪਣੀ ਪਿਆਸ ਬੁਝਾ ਲਾ। ਉਹ ਕਹਿੰਦਾ ਮੇਰੇ ਪ੍ਰਾਣ ਛੁੱਟਣੇ ਨੇ ਸਵਾਂਤੀ ਬੂੰਦ ਤੋਂ ਬਿਨਾ। ਮੇਰੀ ਦੌੜ ਸਵਾਂਤੀ ਬੂੰਦ ਤੱਕ ਹੈ। ਸਵਾਂਤੀ ਬੂੰਦ ਬਿਨਾ ਬਾਰਿਸ਼ ਪਿਆ ਮੈਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਮੈਂ ਅਰਦਾਸ ਕਰਦਾ ਹਾਂ ਕਿ ਮੀਂਹ ਪੈ ਜਾਵੇ। ਮੀਂਹ ਪੈ ਗਿਆ ਤੇ ਸਵਾਂਤੀ ਬੂੰਦ ਮਿਲ ਜਾਵੇਗੀ। ਮੈਂ ਮੀਂਹ ਨੂੰ ਸਰਬੋਤਮ ਆਪਣੇ ਜੀਵਨ ਵਿੱਚ ਇਸ ਕਰਕੇ ਮੰਨਿਆ ਕਿ ਸਵਾਂਤੀ ਬੂੰਦ ਮਿਲਣੀ ਮੀਂਹ ਚੋਂ ਹੈ। ਇੱਥੇ ਹੁਣ ਸਤਿਗੁਰੂ ਜੀ ਕਹਿੰਦੇ ਨੇ, ਭਾਈ ਨਿਰਗੁਣ ਸਰੂਪ ਪਰਮਾਤਮਾ ਸਾਰੇ ਹੀ ਪਰਿਪੂਰਨ ਹੋ ਰਿਹਾ ਹੈ। ਕੋਈ ਜੀ ਐਸਾ ਨਹੀਂ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਪਰ ਸਾਨੂੰ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਖੁਦ ਸਾਡੇ ਅੰਦਰ ਵੀ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਇਆ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਆਇਆ। ਸਾਨੂੰ ਸਵਾਦ ਕਿਉਂ ਨਹੀਂ ਆਇਆ? ਰਸ